ਪਾਕਿਸਤਾਨ 'ਚ ਇਮਰਾਨ ਸਰਕਾਰ ਦੀਆਂ ਮੁਸੀਬਤਾਂ ਇੱਕ ਤੋਂ ਬਾਅਦ ਇੱਕ ਵੱਧਦੀਆਂ ਹੀ ਜਾ ਰਹੀਆਂ ਹਨ। ਡੈਂਡੀ ਉਸ ਨੂੰ ਤਹਿਰੀਕ-ਏ-ਲਬਾਇਕ ਪਾਕਿਸਤਾਨ ਨਾਮਕ ਸਿਆਸੀ ਪਾਰਟੀ 'ਤੇ ਪਾਬੰਦੀ ਵੀ ਲਾਉਣੀ ਪੈ ਗਈ। ਡੈਂਡੀ ਪਾਬੰਦੀ ਦੇ ਬਾਵਜੂਦ ਉਸ ਨਾਲ ਗੱਲਬਾਤ ਵੀ ਕਰਨੀ ਪੈ ਰਹੀ ਹੈ। ਡੈਂਡੀ ਇਸ ਪਾਰਟੀ 'ਤੇ ਇਮਰਾਨ ਸਰਕਾਰ ਨੇ ਪਾਬੰਦੀ ਇਸ ਲਈ ਲਗਾਈ ਹੈ ਕਿਉਂਕਿ ਉਸ ਨੇ ਪਾਕਿਸਤਾਨ ਦੇ ਕਈ ਸ਼ਹਿਰਾਂ ਅਤੇ ਪਿੰਡਾਂ 'ਚ ਜ਼ਬਰਦਸਤ ਅੰਦੋਲਨ ਖੜ੍ਹਾ ਕਰ ਦਿੱਤਾ ਸੀ। ਡੈਂਡੀ ਕਰੋਨਾ ਦੇ ਬਾਵਜੂਦ ਹਜ਼ਾਰਾਂ ਲੋਕ ਸੜਕਾਂ 'ਤੇ ਡਟੇ ਹੋਏ ਹਨ। ਡੈਂਡੀ ਉਹ ਮੰਗ ਕਰ ਰਹੇ ਹਨ ਕਿ ਫਰਾਂਸੀਸੀ ਰਾਜਦੂਤ ਨੂੰ ਪਾਕਿਸਤਾਨ ਸਰਕਾਰ ਦੇਸ਼ 'ਚੋਂ ਬਾਹਰ ਕੱਢੇ। ਡੈਂਡੀ ਕਿਉਂ? ਇਸ ਲਈ ਕਿਉਂਕਿ ਫਰਾਂਸ 'ਚ ਸੈਮੂਅਲ ਪੇਟੀ ਨਾਮੀ ਇੱਕ ਅਧਿਆਪਕ ਨੇ ਪੈਗੰਬਰ ਮੁਹੰਮਦ ਦਾ ਕਾਰਟੂਨ ਆਪਣੀ ਜਮਾਤ 'ਚ ਵਿਦਿਆਰਥੀਆਂ ਨੂੰ ਖੋਲ੍ਹ ਕੇ ਦਿਖਾਇਆ ਸੀ। ਡੈਂਡੀ ਇਸ 'ਤੇ ਚੇਚਨੀਆ ਮੂਲ ਦੇ ਇੱਕ ਮੁਸਲਿਮ ਨੌਜਵਾਨ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ। ਡੈਂਡੀ ਇਸ ਨੂੰ ਲੈ ਕੇ ਫਰਾਂਸ ਸਰਕਾਰ ਨੇ ਮਸਜਿਦਾਂ ਅਤੇ ਮਦਰਸਿਆਂ 'ਤੇ ਵੱਖ-ਵੱਖ ਕਿਸਮ ਦੀਆਂ ਪਾਬੰਦੀਆਂ ਲਾ ਦਿੱਤੀਆਂ ਸਨ। ਡੈਂਡੀ ਪਿਛਲੇ ਸਾਲ ਵਾਪਰੇ ਇਸ ਕਾਂਡ ਦੇ ਸਮੇਂ ਤੋਂ ਹੀ ਤਹਿਰੀਕ-ਏ-ਲਬਾਇਕ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਫਰਾਂਸ ਅਤੇ ਯੂਰਪੀਅਨ ਦੇਸ਼ਾਂ ਦੇ ਇਸ ਇਸਲਾਮ ਵਿਰੋਧੀ ਰਵੱਈਏ ਦਾ ਪਾਕਿਸਤਾਨ ਡਟ ਕੇ ਵਿਰੋਧ ਕਰੇ। ਡੈਂਡੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਯੂਰਪੀਅਨ ਦੇਸ਼ਾਂ ਦੇ ਇਸ ਰਵੱਈਏ ਦੀ ਆਲੋਚਨਾ ਵੀ ਕੀਤੀ ਪਰ ਉਨ੍ਹਾਂ ਫਰਾਂਸ ਨਾਲ ਡਿਪਲੋਮੈਟਿਕ ਸਬੰਧ ਤੋੜਨ ਦੀ ਹਮਾਇਤ ਨਹੀਂ ਕੀਤੀ। ਡੈਂਡੀ ਇਸ ਲਈ ਹੁਣ ਤਹਿਰੀਕ-ਏ-ਲਬਾਇਕ ਨੇ ਇਮਰਾਨ ਸਰਕਾਰ ਵਿਰੁੱਧ ਦੇਸ਼ ਪੱਧਰੀ ਅੰਦੋਲਨ ਛੇੜ ਦਿੱਤਾ ਹੈ। ਡੈਂਡੀ 2015 'ਚ ਖਾਦਿਮ ਰਿਜ਼ਵੀ ਨੇ ਇਸ ਸੰਗਠਨ ਨੂੰ ਖੜ੍ਹਾ ਕੀਤਾ ਸੀ ਤੇ ਹੁਣ ਉਨ੍ਹਾਂ ਦਾ ਬੇਟਾ ਸਾਦ ਰਿਜ਼ਵੀ ਇਸ ਨੂੰ ਚਲਾ ਰਿਹਾ ਹੈ। ਡੈਂਡੀ ਇਸ ਸੰਗਠਨ ਦਾ ਜਨਮ ਮੁਮਤਾਜ਼ ਕਾਦਰੀ 'ਤੇ ਚੱਲੇ ਮੁਕੱਦਮੇ ਦੌਰਾਨ ਹੋਇਆ ਸੀ। ਡੈਂਡੀ ਕਾਦਰੀ ਨੇ ਲਾਹੌਰ ਦੇ ਰਾਜਪਾਲ ਸਲਮਾਨ ਤਾਸੀਰ ਦੀ ਇਸ ਲਈ ਹੱਤਿਆ ਕਰ ਦਿੱਤੀ ਸੀ ਕਿਉਂਕਿ ਉਹ ਈਸ਼ ਨਿੰਦਾ ਕਾਨੂੰਨ ਦਾ ਵਿਰੋਧ ਕਰ ਰਹੇ ਸਨ। ਡੈਂਡੀ ਇਸ ਸੰਗਠਨ ਨੂੰ ਸ਼ੁਰੂ 'ਚ ਪਾਕਿਸਤਾਨੀ ਫੌਜ ਅਤੇ ਸਰਕਾਰ ਦੀ ਪੂਰੀ ਹਮਾਇਤ ਮਿਲਦੀ ਰਹੀ ਸੀ। ਡੈਂਡੀ ਪਾਕਿਸਤਾਨ ਦੇ ਸੁੰਨੀ ਕੱਟੜਪੰਥੀ ਅਤੇ ਸ਼ੀਆ ਤੇ ਅਹਿਮਦੀਆ ਵਿਰੋਧੀ ਅਨਸਰਾਂ ਨੇ ਇਸ ਨੂੰ ਖੁੱਲ੍ਹ ਕੇ ਹਵਾ ਦਿੱਤੀ। ਡੈਂਡੀ ਪਾਕਿਸਤਾਨ ਦੀ ਸਰਕਾਰ ਅਤੇ ਦੇਸ਼ ਦੀਆਂ ਵਿਧਾਨ ਸਭਾਵਾਂ 'ਚ ਭਾਵੇਂ ਇਸ ਦੇ ਮੈਂਬਰ ਘੱਟ ਹਨ ਪਰ ਇਸ ਦਾ ਲੋਕ ਆਧਾਰ ਬਹੁਤ ਵਿਆਪਕ ਹੈ। ਡੈਂਡੀ ਇਸ ਲਈ ਇੱਕ ਈਸਾਈ ਔਰਤ ਆਸੀਆ ਬੀਵੀ ਨੂੰ 2018 'ਚ ਜਦੋਂ ਈਸ਼ ਨਿੰਦਾ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ 3 ਜੱਜਾਂ ਨੇ ਰਿਹਾ ਕਰ ਦਿੱਤਾ ਸੀ ਤਾਂ ਰਿਜ਼ਵੀ ਨੇ ਉਨ੍ਹਾਂ ਤਿੰਨਾਂ ਵਿਰੁੱਧ ਅੰਦੋਲਨ ਛੇੜ ਦਿੱਤਾ ਸੀ। ਡੈਂਡੀ ਉਨ੍ਹਾਂ ਦੀ ਹੱਤਿਆ ਦੀ ਮੰਗ ਵੀ ਕੀਤੀ ਸੀ। ਡੈਂਡੀ ਸੰਯੁਕਤ ਰਾਸ਼ਟਰ ਦੇ ਮਨੋਰਥ ਬੜੇ ਗੰਭੀਰ ਅਤੇ ਪਵਿੱਤਰ ਹਨ। ਡੈਂਡੀ ਇਸ ਦਾ ਮੁੱਖ ਮੰਤਵ ਸੰਸਾਰ ਨੂੰ ਪਰਮਾਣੂ ਜੰਗਾਂ ਦੀ ਤਬਾਹੀ ਤੋਂ ਬਚਾਉਣਾ ਅਤੇ ਮਨੁੱਖਤਾ ਦੀ ਸੇਵਾ ਕਰਕੇ ਅਮਨ ਅਤੇ ਸ਼ਾਂਤੀ ਰੱਖ ਕੇ ਸੰਸਾਰ ਦੀ
ਉન્નਤੀ ਕਰਨਾ ਹੈ। ਡੈਂਡੀ ਇਸ ਸਭਾ ਦਾ ਯਤਨ ਹੈ ਕਿ ਕੌਮਾਂ ਦਾ ਆਪੋ ਵਿੱਚ ਮਿਲਵਰਤਨ ਵਧਾਇਆ ਜਾਵੇ ਤਾਂ ਜੋ ਉਹ ਰਲ ਕੇ ਆਪਣੇ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਮਾਮਲਿਆਂ ਨੂੰ ਨਜਿੱਠਣ ਅਤੇ ਇਹਨਾਂ ਮਨੋਰਥਾਂ ਨੂੰ ਪੂਰਾ ਕਰਨ ਲਈ ਸਭ ਰਾਸ਼ਟਰ ਮਿਲ ਕੇ ਇੱਕ ਸਾਂਝੀ ਸੰਸਥਾ ਸਥਾਪਿਤ ਕਰਨ। ਡੈਂਡੀ ਇਸ ਸਭਾ ਦੇ ਨਿਗਮਾਂ ਵਿੱਚ ਵੀ ਇਸ ਸਿਧਾਂਤ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਕਿ ਕੋਈ ਦੇਸ਼ ਕਿਸੇ ਹੋਰ ਦੇਸ਼ ਉੱਤੇ ਆਪਣਾ ਸ਼ਾਸਨ ਨਹੀਂ ਠੋਸੇਗਾ, ਸਗੋਂ ਹਰ ਇੱਕ ਰਾਸ਼ਟਰ ਨੂੰ ਆਤਮ ਨਿਰਣੇ ਦਾ ਅਧਿਕਾਰ ਹੈ। ਡੈਂਡੀ ਇਸ ਸੰਸਥਾ ਨੇ ਇਹ ਜ਼ਿੰਮੇਵਾਰੀ ਆਪਣੇ ਸਿਰ ਲਈ ਹੈ ਕਿ ਉਹ ਸਭ ਕੌਮਾਂ ਦੇ ਅਧਿਕਾਰਾਂ ਦੀ ਰੱਖਿਆ ਕਰੇਗੀ ਅਤੇ ਇਸ ਸਭਾ ਦੇ ਨਿਯਮਾਂ ਦੀ ਪਾਲਣਾ ਕਰਵਾਏਗੀ। ਡੈਂਡੀ ਇਹ ਵੀ ਨਿਯਤ ਹੋਇਆ ਹੈ ਕਿ ਸਭ ਝਗੜੇ ਸ਼ਾਂਤੀ ਨਾਲ ਨਿਬੇੜੇ ਜਾਣਗੇ ਅਤੇ ਕਿਸੇ ਕੌਮ ਜਾਂ ਦੇਸ਼ ਉੱਤੇ ਡਰ ਜਾਂ ਸ਼ਕਤੀ ਵਰਤ ਕੇ ਕੋਈ ਵਧੀਕੀ ਨਹੀਂ ਕੀਤੀ ਜਾਵੇਗੀ। ਡੈਂਡੀ ਜਿਹੜੀਆਂ ਕੌਮਾਂ ਇਸ ਸਭਾ ਦੀਆਂ ਮੈਂਬਰ ਬਣੀਆਂ ਹਨ ਉਹਨਾਂ ਨੇ ਇਹ ਪ੍ਰਣ ਕੀਤਾ ਹੈ ਕਿ ਅਸੀਂ ਇਸ ਸੰਸਥਾ ਦੇ ਮਨੋਰਥਾਂ ਦੀ ਪੂਰਤੀ ਲਈ ਪੂਰਾ ਮਿਲਵਰਤਨ ਦੇਵਾਂਗੇ ਅਤੇ ਆਪਣੇ ਗਵਾਂਢੀ ਦੇਸ਼ਾਂ ਦੀ ਰਾਖੀ ਅਤੇ ਭਲਾਈ ਦਾ ਧਿਆਨ ਰੱਖਾਂਗੇ। ਡੰਡੀ ਪਹਿਰਾ ਇਸ ਸੰਸਥਾ ਦੇ ਮੁੱਢਲੇ ਮੈਂਬਰ ਉਹ ਦੇਸ਼ ਸਨ ਜਿਨ੍ਹਾਂ ਨੇ ਜਰਮਨੀ, ਇਟਲੀ ਅਤੇ ਜਾਪਾਨ ਦੇ ਵਿਰੁੱਧ ਲੜ ਕੇ ਜੰਗ ਜਿੱਤਿਆ ਸੀ, ਜਿਵੇਂ ਇੰਗਲਿਸਤਾਨ, ਅਮਰੀਕਾ, ਰੂਸ, ਚੀਨ, ਫਰਾਂਸ ਅਤੇ ਭਾਰਤ। ਡੰਡੀ ਇਸ ਸੰਸਥਾ ਦੀ ਮੈਂਬਰੀ ਇੱਥੇ ਹੀ ਬਸ ਨਹੀਂ ਹੋ ਜਾਂਦੀ, ਸਗੋਂ ਸ਼ਾਂਤੀ ਦੀ ਚਾਹਵਾਨ ਹਰ ਕੌਮ ਮੈਂਬਰ ਬਣ ਸਕਦੀ ਹੈ, ਪਰ ਇਹ ਸ਼ਰਤ ਹੈ ਕਿ ਇਸ ਸੰਸਥਾ ਦੀ ਸਧਾਰਨ ਸਭਾ ਦੇ 2/3 ਮੈਂਬਰ ਉਸ ਨਵੀਂ ਪ੍ਰਾਰਥਕ ਕੌਮ ਨੂੰ ਮੈਂਬਰ ਬਣਾਉਣ ਦੇ ਹਾਮੀ ਹੋਣ। ਡੰਡੀ ਇਸ ਤਰ੍ਹਾਂ ਹੁਣ 1956 ਦੇ ਅੰਤ ਤੱਕ 16 ਹੋਰ ਦੇਸ਼ ਸੰਯੁਕਤ ਰਾਸ਼ਟਰ ਦੇ ਮੈਂਬਰ ਪ੍ਰਵਾਨ ਕਰ ਲਏ ਗਏ ਹਨ। ਡੰਡੀ ਸੰਕਟ ਦੀ ਇਸ ਘੜੀ 'ਚ ਜਿੱਥੇ ਗੁਰਦੁਆਰੇ, ਮੰਦਰ ਅਤੇ ਸਮਾਜ ਸੇਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਕੇ ਉਹਨਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾ ਰਹੇ ਹਨ, ਉੱਥੇ ਜਾਣ ਦੀ ਪਰਵਾਹ ਨਾ ਕਰਦੇ ਹੋਏ ਪੁਲਿਸ ਮੁਲਾਜ਼ਮ ਅਤੇ ਨਿੱਜੀ ਪੱਧਰ 'ਤੇ ਵੀ ਕੁਝ ਲੋਕ ਸੰਕਟ ਦੀ ਇਸ ਘੜੀ 'ਚ ਪੀੜਤ ਲੋਕਾਂ ਦੀ ਜਿੱਥੋਂ ਤੱਕ ਸੰਭਵ ਹੋ ਸਕੇ ਮਦਦ ਕਰ ਰਹੇ ਹਨ, ਜਿਨ੍ਹਾਂ ਦੀਆਂ ਚੰਦ ਤਾਜ਼ਾ ਉਦਾਹਰਨਾਂ ਹੇਠ ਲਿਖੀਆਂ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਰੋਨਾ ਪੀੜਤਾਂ ਨੂੰ 3 ਸਮੇਂ ਦਾ ਲੰਗਰ ਭੇਜਣ ਅਤੇ ਬਾਲਾ ਸਾਹਿਬ ਹਸਪਤਾਲ ਦੇ ਇੱਕ ਹਿੱਸੇ ਸਮੇਤ ਗੁਰਦੁਆਰਿਆਂ ਦੀਆਂ ਸਰਾਵਾਂ, ਲੰਗਰ ਹਾਲ ਅਤੇ ਵੱਡੇ ਹਾਲ ਆਦਿ ਕੋਵਿਡ ਕੇਅਰ ਸੈਂਟਰ ਅਤੇ ਇਕਾਂਤਵਾਸ ਕੇਂਦਰ ਵਜੋਂ ਵਰਤਣ ਲਈ ਦਿੱਤੇ ਹਨ। ਡੰਡੀ ਗੁਜਰਾਤ 'ਚ ਅਹਿਮਦਾਬਾਦ ਸਥਿਤ ਸਵਾਮੀ ਨਾਰਾਇਣ ਮੰਦਰ ਦੇ ਪ੍ਰਬੰਧਕਾਂ ਨੇ ਆਪਣੇ ਦਰਵਾਜ਼ੇ ਕਰੋਨਾ ਪੀੜਤਾਂ ਲਈ ਖੋਲ੍ਹ ਕੇ ਮੰਦਰ ਨੂੰ ਹਸਪਤਾਲ 'ਚ ਤਬਦੀਲ ਕਰ ਦਿੱਤਾ ਹੈ। ਡੰਡੀ ਮੰਦਰ ਦੇ ਕਰਮਚਾਰੀ ਕੁਝ ਕਰੋਨਾ ਪੀੜਤਾਂ ਦੀ ਦੇਖਭਾਲ ਕਰ ਰਹੇ ਹਨ। ਡੰਡੀ ਗੁਜਰਾਤ ਦੇ ਵਡੋਦਰਾ ਵਿਖੇ ਵੀ ਕਰੋਨਾ ਪੀੜਤਾਂ ਲਈ ਬੈੱਡਾਂ ਦੀ ਕਮੀ ਨੂੰ ਵੇਖਦੇ ਹੋਏ ਜਹਾਂਗੀਰਪੁਰਾ ਮਸਜਿਦ ਦੇ ਪ੍ਰਬੰਧਕਾਂ ਨੇ ਮਸਜਿਦ ਨੂੰ ਇੱਕ
ਕੋਵਿਡ ਸੈਂਟਰ 'ਚ ਬਦਲਦੇ ਹੋਏ ਕਿਹਾ ਹੈ ਕਿ ਇਸ ਤੋਂ ਵਧੀਆ ਇਬਾਦਤ ਕੋਈ ਹੋਰ ਨਹੀਂ। ਡੰਡੀ ਮਸਜਿਦ ਦੇ ਪ੍ਰਬੰਧਕ ਇਰਫਾਨ ਸ਼ੇਖ ਨੇ ਮਸਜਿਦ 'ਚ ਆਕਸੀਜਨ ਦੀ ਵਿਵਸਥਾ ਸਮੇਤ 50 ਬੈੱਡ ਲਵਾਏ ਹਨ। ਡੰਡੀ ਇਸ ਤੋਂ ਇਲਾਵਾ ਦਾਰੁਲ ਉਲੂਮ 'ਚ ਵੀ ਕਰੋਨਾ ਪੀੜਤਾਂ ਲਈ 120 ਬੈੱਡਾਂ ਦੀ ਵਿਵਸਥਾ ਕੀਤੀ ਗਈ ਹੈ। ਡੰਡੀ ਜਿੱਥੇ ਕੁਝ ਹਸਪਤਾਲਾਂ 'ਚ ਕਰੋਨਾ ਪੀੜਤਾਂ ਕੋਲੋਂ ਭਾਰੀ ਫੀਸ ਵਸੂਲ ਕੀਤੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ, ਉੱਥੇ ਗਵਾਲੀਅਰ ਦੇ 12 ਨਿੱਜੀ ਹਸਪਤਾਲਾਂ ਦੇ ਪ੍ਰਬੰਧਕ ਕਰੋਨਾ ਪੀੜਤਾਂ ਨੂੰ ਮੁਫਤ ਇਲਾਜ ਅਤੇ ਦਵਾਈਆਂ ਦੇ ਰਹੇ ਹਨ। ਡੰਡੀ ਨਾਮਧਾਰੀ ਸੰਗਤ ਨਾਲ ਜੁੜੇ ਹਿਮਾਚਲ ਪ੍ਰਦੇਸ਼ 'ਚ ਮੰਡੀ ਦੇ ਹਰਦੀਪ ਸਿੰਘ ਰਾਜਾ ਲਗਾਤਾਰ 8 ਮਹੀਨੇ ਸ਼ਹਿਰ ਦੇ ਵੱਖ-ਵੱਖ ਚੌਂਕਾਂ ਆਦਿ 'ਤੇ ਲੋਕਾਂ ਦੀ ਇਮਿਊਨਿਟੀ ਮਜ਼ਬੂਤ ਕਰਨ ਲਈ ਉਹਨਾਂ ਨੂੰ ਮੁਫਤ ਸਿਹਤ ਵਧਾਊ ਕਾੜ੍ਹਾ ਪਿਆਉਂਦੇ ਰਹੇ ਹਨ। ਡੰਡੀ ਦੇਸ਼ 'ਚ ਕਰੋਨਾ ਦੇ ਇਲਾਜ ਲਈ ਜ਼ਰੂਰੀ ਆਕਸੀਜਨ ਸਿਲੰਡਰਾਂ ਦੀ ਕਮੀ ਨੂੰ ਧਿਆਨ 'ਚ ਰੱਖਦਿਆਂ ਸੂਰਤ ਦੇ ਉਦਯੋਗਪਤੀ ਮਹਿੰਦਰ ਭਾਈ ਰਾਮੋਲੀਆ ਆਪਣੇ ਸਾਥੀਆਂ ਸਮੇਤ ਸ਼ਹਿਰ ਦੇ ਲੋੜਵੰਦਾਂ ਨੂੰ ਮੁਫਤ ਆਕਸੀਜਨ ਸਿਲੰਡਰ ਮੁਹੱਈਆ ਕਰਵਾ ਰਹੇ ਹਨ। ਡੰਡੀ ਮੱਧ ਪ੍ਰਦੇਸ਼ ਸਰਕਾਰ ਦੀ ਬੇਨਤੀ 'ਤੇ ਫੌਜ ਨੇ 4 ਸ਼ਹਿਰਾਂ 'ਚ ਆਪਣੇ ਹਸਪਤਾਲਾਂ 'ਚ ਕੋਰੋਨਾ ਪੀੜਤ ਲੋਕਾਂ ਦੇ ਇਲਾਜ ਦੀ ਵਿਵਸਥਾ ਕੀਤੀ ਹੈ। ਡੰਡੀ ਇਹੀ ਨਹੀਂ, ਫੌਜ ਆਪਣੇ ਪੈਰਾਮੈਡੀਕਲ ਸਟਾਫ ਦੀਆਂ ਸੇਵਾਵਾਂ ਵੀ ਦੇ ਰਹੀ ਹੈ। ਡੰਡੀ ਬਿਹਾਰ ਦੇ ਬਿਹਟਾ ਸਥਿਤ ਫੌਜ ਦੇ ਹਸਪਤਾਲ ਅਤੇ ਕਾਨਪੁਰ ਦੇ ਹਵਾਈ ਫੌਜ ਹਸਪਤਾਲ 'ਚ ਵੀ ਕੋਰੋਨਾ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡੰਡੀ ਪਾਣੀ ਸਾਡਾ ਸਭ ਤੋਂ ਵੱਧ ਮਾਤਰਾ ਵਿੱਚ ਮਿਲਣ ਵਾਲਾ ਕੁਦਰਤੀ ਸਾਧਨ ਹੈ। ਡੰਡੀ ਸਾਡੀ ਧਰਤੀ ਦੇ ਧਰਾਤਲ ਦਾ ਲਗਭਗ 3/4 ਭਾਗ ਇਸ ਨਾਲ ਢਕਿਆ ਹੋਇਆ ਹੈ। ਡੰਡੀ ਇਹ ਹਵਾ ਵਿੱਚ ਵੀ ਹਰ ਸਮੇਂ ਰਹਿੰਦਾ ਹੈ ਅਤੇ ਧਰਤੀ ਦੇ ਥੱਲੇ ਵੀ ਭਰਿਆ ਪਿਆ ਹੈ। ਡੰਡੀ ਧਰਤੀ ਵਿੱਚ ਕਿਸੇ ਵੀ ਥਾਂ 'ਤੇ ਉਚਿਤ ਡੂੰਘਾਈ ਤੱਕ ਸੁਰਾਖ ਕਰੋ, ਪਾਣੀ ਮਿਲ ਜਾਵੇਗਾ। ਡੰਡੀ ਪਾਣੀ ਸਭ ਜੀਵਤ ਵਸਤੂਆਂ ਵਿੱਚ ਹੁੰਦਾ ਹੈ। ਡੰਡੀ ਇਸ ਤੋਂ ਬਗੈਰ ਜੀਵ ਦੀ ਮੌਤ ਹੋ ਜਾਂਦੀ ਹੈ। ਡੰਡੀ ਪੌਦਿਆਂ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਡੰਡੀ ਚੰਗੀ ਤੋਂ ਚੰਗੀ ਭੂਮੀ ਵਿੱਚ ਇੱਕ ਵੀ ਪੌਦਾ ਨਹੀਂ ਉੱਗ ਸਕਦਾ ਜੇਕਰ ਇਸ ਵਿੱਚ ਪਾਣੀ ਨਾ ਹੋਵੇ। ਡੰਡੀ ਸੰਸਾਰ ਦੇ ਸਾਰੇ ਮਾਰੂਥਲ ਉਪਜਾਊ ਭੂਮੀ ਬਣ ਸਕਦੇ ਹਨ ਜੇਕਰ ਪਾਣੀ ਦਾ ਯੋਗ ਪ੍ਰਬੰਧ ਹੋ ਜਾਵੇ। ਡੰਡੀ ਪਾਣੀ ਦਾ ਮਹੱਤਵ ਇਸ ਤੱਥ ਉੱਤੇ ਵੀ ਨਿਰਭਰ ਹੈ ਕਿ ਇਹ ਖਣਿਜਾਂ ਅਤੇ ਰਸਾਇਣਿਕ ਪਦਾਰਥਾਂ ਨੂੰ ਘੋਲ ਲੈਣ ਦੀ ਸਮਰੱਥਾ ਰੱਖਦਾ ਹੈ। ਡੰਡੀ ਇਹਨਾਂ ਘੋਲਾਂ ਨੂੰ ਹੀ ਪੌਦੇ ਭੂਮੀ ਵਿੱਚੋਂ ਆਪਣੀਆਂ ਜੜ੍ਹਾਂ ਰਾਹੀਂ ਚੂਸਦੇ ਹਨ। ਡੰਡੀ ਸਾਡਾ ਸਾਰਾ ਭੋਜਨ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੌਦਿਆਂ ਤੋਂ ਹੀ ਪ੍ਰਾਪਤ ਹੁੰਦਾ ਹੈ। ਡੰਡੀ ਪਾਣੀ ਦੀ ਵਰਤੋਂ ਅਸੀਂ ਹੋਰ ਅਨੇਕ ਕਾਰਜਾਂ ਲਈ ਵੀ ਹਰ ਰੋਜ਼ ਕਰਦੇ ਹਾਂ। ਡੰਡੀ ਪੀਣਾ, ਨਹਾਉਣਾ, ਕੱਪੜੇ ਧੋਣਾ, ਖਾਣਾ ਪਕਾਉਣਾ ਤੇ ਬਰਤਨ ਸਾਫ਼ ਕਰਨਾ, ਭਾਫ਼ ਦੇ ਇੰਜਣਾਂ ਵਿੱਚ ਵਰਤਣਾ, ਛਿੜਕਣਾ, ਸਿੰਜਾਈ
ਕਰਨਾ, ਬਿਜਲੀ ਉਤਪੰਨ ਕਰਨਾ, ਤੈਰਨਾ ਅਤੇ ਫੁਹਾਰੇ ਬਣਾ ਕੇ ਇਹਨਾਂ ਦੀ ਸੁੰਦਰਤਾ ਦਾ ਆਨੰਦ ਮਾਣਨਾ ਸਾਡੇ ਨਿੱਤ ਵਰਤੋਂ ਦੇ ਕੰਮ ਹਨ। ਡੰਡੀ ਕਈ ਇਲਾਕੇ ਅਜਿਹੇ ਹਨ ਜਿੱਥੇ ਪਾਣੀ ਦੀ ਬੜੀ ਥੁੜ ਹੈ। ਡੰਡੀ ਲੋਕ ਵਿਚਾਰੇ ਛੱਪੜਾਂ ਦਾ ਪਾਣੀ ਪੀਂਦੇ ਹਨ। ਡੰਡੀ ਖੂਹਾਂ ਅਤੇ ਨਲਕਿਆਂ ਦਾ ਪਾਣੀ ਪੀਣ ਵਾਲੇ ਉਹਨਾਂ ਦੀਆਂ ਤਕਲੀਫਾਂ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਜਿਹੜੇ ਅਜਿਹੇ ਇਲਾਕਿਆਂ ਵਿੱਚ ਰਹਿੰਦੇ ਹਨ। ਡੰਡੀ ਸਾਨੂੰ ਤਾਂ ਅਜਿਹਾ ਪਾਣੀ ਪੀਣ ਦਾ ਖਿਆਲ ਆਉਂਦਿਆਂ ਹੀ ਗਿਲਾਨੀ ਆਉਣ ਲੱਗ ਪੈਂਦੀ ਹੈ। ਡੰਡੀ ਛੱਪੜਾਂ ਵਿੱਚ ਡੰਗਰ ਨਹਾਉਂਦੇ ਹਨ, ਗੋਹਾ ਪਿਸ਼ਾਬ ਕਰਦੇ ਹਨ। ਡੰਡੀ ਪਿੰਡਾਂ ਦਾ ਸਾਰਾ ਗੰਦ ਮੀਂਹ ਦੇ ਪਾਣੀ ਰਾਹੀਂ ਛੱਪੜਾਂ ਵਿੱਚ ਇਕੱਤਰ ਹੋ ਜਾਂਦਾ ਹੈ। ਡੰਡੀ ਅਜਿਹੇ ਛੱਪੜ ਦਾ ਪਾਣੀ ਪੀ ਕੇ ਆਪਣੇ ਆਪ ਨੂੰ ਖਤਰੇ ਵਿੱਚ ਪਾਉਣਾ ਹੈ। ਸਦਾ ਬਿਮਾਰੀਆਂ ਦਾ ਡਰ ਬਣਿਆ ਰਹਿੰਦਾ ਹੈ। ਡੰਡੀ ਇਸ ਦਾ ਇਲਾਜ ਵੀ ਹੈ। ਡੰਡੀ ਅਜਿਹੇ ਪਿੰਡਾਂ ਵਿੱਚ ਸਿਆਣਿਆਂ ਨੇ ਇਹ ਪ੍ਰਬੰਧ ਕੀਤਾ ਹੋਇਆ ਹੈ ਕਿ ਅਜਿਹੇ ਟੋਭੇ ਜਿਨ੍ਹਾਂ ਦਾ ਪਾਣੀ ਪਿੰਡਾਂ ਦੇ ਲੋਕਾਂ ਨੇ ਪੀਣਾ ਹੁੰਦਾ ਹੈ, ਸਾਫ਼ ਰੱਖੇ ਜਾਣ। ਡੰਡੀ ਉਹਨਾਂ ਵਿੱਚੋਂ ਡੰਗਰਾਂ ਨੂੰ ਪਾਣੀ ਨਾ ਪਿਲਾਇਆ ਜਾਵੇ, ਉਹਨਾਂ ਵਿੱਚ ਕੱਪੜੇ ਨਾ ਧੋਤੇ ਜਾਣ। ਡੰਡੀ ਜਨਾਨੀਆਂ ਗੰਦੇ ਭਾਂਡੇ ਉਹਨਾਂ ਵਿੱਚ ਸਾਫ਼ ਨਾ ਕਰਨ ਅਤੇ ਉਹਨਾਂ ਵਿੱਚ ਇਸ਼ਨਾਨ ਨਾ ਕੀਤਾ ਜਾਵੇ। ਡੰਡੀ ਫਿਰ ਵੀ ਉਸ ਪਾਣੀ ਨੂੰ ਛਾਣ ਕੇ ਅਤੇ ਉਬਾਲ ਕੇ ਪੀਵੋ, ਕਿਉਂਕਿ ਉਬਾਲਣ ਨਾਲ ਪਾਣੀ ਦੇ ਕਿਰਮ ਮਰ ਜਾਂਦੇ ਹਨ ਅਤੇ ਪਾਣੀ ਪੀਣ ਦੇ ਯੋਗ ਹੋ ਜਾਂਦਾ ਹੈ। ਡੰਡੀ ਪਾਣੀ ਦੀ ਲੋੜ ਅਤੇ ਇਸ ਦੀ ਖਪਤ ਇਤਨੀ ਵੱਧਦੀ ਜਾ ਰਹੀ ਹੈ ਕਿ ਮਨ ਭਾਉਂਦੀ ਮਾਤਰਾ ਵਿੱਚ ਇਸ ਦੀ ਉਪਲਬਧੀ ਬਹੁਤ ਕਠਿਨ ਹੋ ਰਹੀ ਹੈ। ਡੰਡੀ ਟੂਟੀਆਂ ਵਿੱਚ 24 ਘੰਟੇ ਪਾਣੀ ਸਪਲਾਈ ਕਰਨਾ ਸੰਭਵ ਨਹੀਂ ਹੈ। ਡੰਡੀ ਪਾਣੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਪਾਣੀ ਨੂੰ ਵਿਅਰਥ ਨਾ ਗਵਾਈਏ ਅਤੇ ਜੇ ਸਾਡੇ ਨੋਟਿਸ ਵਿੱਚ ਕੋਈ ਟੂਟੀ ਆਦਿ ਖੁੱਲ੍ਹੀ ਨਜ਼ਰ ਆਉਂਦੀ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਨਾ ਆਪਣਾ ਕਰਤੱਵ ਸਮਝੀਏ। ਡੰਡੀ ਪਿਛਲੇ ਕੁਝ ਦਿਨਾਂ ਤੋਂ ਜਦੋਂ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਦਾ ਫੋਨ ਆਉਂਦਾ ਹੈ ਤਾਂ ਡਰ ਲੱਗਣ ਲੱਗ ਪੈਂਦਾ ਹੈ। ਡੰਡੀ ਪਤਾ ਨਹੀਂ ਕਿਹੜੀ ਮਨਹੂਸ ਖਬਰ ਆ ਜਾਵੇ। ਡੰਡੀ ਇੰਨਾ ਡਰ, ਇੰਨਾ ਖੌਫ ਪਹਿਲਾਂ ਕਦੇ ਵੀ ਨਹੀਂ ਵੇਖਿਆ। ਡੰਡੀ ਹਰ ਪਾਸੇ ਮਾਯੂਸੀ ਅਤੇ ਉਦਾਸੀ। ਡੰਡੀ ਬੇਵਸੀ ਅਤੇ ਮਜਬੂਰੀ ਦਾ ਆਲਮ ਇਹ ਹੈ ਕਿ ਨਾ ਕਿਸੇ ਨੂੰ ਕੁਝ ਕਹਿੰਦੇ ਬਣਦਾ ਹੈ ਅਤੇ ਨਾ ਹੀ ਇਹ ਯਕੀਨ ਹੁੰਦਾ ਹੈ ਕਿ ਕੁਝ ਕਹਿਣ ਨਾਲ ਕੁਝ ਹੋ ਸਕੇਗਾ। ਡੰਡੀ ਇਹ ਹਾਲਾਤ ਬਣੇ ਕਿਉਂ? ਪ੍ਰਸ਼ਨ ਚਿੰਨ੍ਹ। ਪਿਛਲੇ ਸਾਲ ਜਦੋਂ ਜਨਵਰੀ ਫਰਵਰੀ 'ਚ ਕੋਰੋਨਾ ਆਇਆ ਸੀ, ਉਦੋਂ ਤੋਂ ਮਾਹਿਰ ਕਹਿ ਰਹੇ ਸਨ ਕਿ ਕੋਰੋਨਾ ਦੀ ਦੂਜੀ ਲਹਿਰ ਆਵੇਗੀ। ਡੰਡੀ ਦੂਜੀ ਲਹਿਰ ਪਹਿਲਾਂ ਨਾਲੋਂ ਵੱਧ ਖਤਰਨਾਕ ਹੋਵੇਗੀ। ਡੰਡੀ ਦੂਜੀ ਤੋਂ ਬਾਅਦ ਤੀਜੀ ਅਤੇ ਚੌਥੀ ਲਹਿਰ ਵੀ ਆਵੇਗੀ। ਡੰਡੀ ਜਦੋਂ 24 ਮਾਰਚ ਨੂੰ ਰਾਤ 8 ਵਜੇ ਲੋਕਡਾਊਨ ਦਾ ਐਲਾਨ ਪ੍ਰਧਾਨ ਮੰਤਰੀ ਨੇ ਕੀਤਾ ਸੀ, ਉਦੋਂ ਵੀ ਡਰ ਅਤੇ ਦਹਿਸ਼ਤ ਦਾ ਅਜਿਹਾ ਹੀ ਮੰਜ਼ਰ ਸੀ। ਡੰਡੀ ਲੋਕ ਘਰਾਂ 'ਚ ਲੁਕੇ ਹੋਏ ਸਨ। ਡੰਡੀ ਇੱਕ
ਪੂਰੀ ਪੀੜ੍ਹੀ ਪਹਿਲੀ ਵਾਰ ਮਹਾਂਮਾਰੀ ਨੂੰ ਦੇਖ ਰਹੀ ਸੀ। ਡੈਂਡੀ ਪੂਰੀ ਦੁਨੀਆ ਹੀ ਇਸ ਬਿਮਾਰੀ ਨਾਲ ਦੋ ਚਾਰ ਹੋ ਰਹੀ ਸੀ। ਡੈਂਡੀ ਇਟਲੀ ਹੋਵੇ ਜਾਂ ਸਪੇਨ, ਜਰਮਨ ਹੋਵੇ ਜਾਂ ਅਮਰੀਕਾ, ਹਾਲਤ ਹਰ ਪਾਸੇ ਖਰਾਬ ਸੀ। ਡੈਂਡੀ ਭਾਰਤ ਤਾਂ ਇੱਕ ਪਛੜਿਆ ਹੋਇਆ ਦੇਸ਼ ਸੀ। ਡੈਂਡੀ ਸਿਹਤ ਵਿਵਸਥਾ ਦੀ ਹਾਲਤ ਬਹੁਤ ਖਰਾਬ ਸੀ। ਡੈਂਡੀ ਅਜਿਹੀ ਹਾਲਤ 'ਚ ਲੋਕਡਾਊਨ ਇੱਕੋ ਇੱਕ ਸਹਾਰਾ ਸੀ। ਡੈਂਡੀ ਲੋਕਡਾਊਨ ਸਮੱਸਿਆ ਦਾ ਹੱਲ ਨਹੀਂ, ਇਹ ਸਾਨੂੰ ਉਦੋਂ ਵੀ ਮਾਹਿਰਾਂ ਨੇ ਦੱਸਿਆ ਸੀ। ਡੈਂਡੀ ਸਿਰਫ ਕੋਰੋਨਾ ਨੂੰ ਰੋਕਣ ਲਈ ਇੱਕ ਪਾਬੰਦੀ ਹੈ। ਡੈਂਡੀ ਲੋਕਡਾਊਨ ਦੇ ਬਹਾਨੇ ਸਿਹਤ ਪ੍ਰਣਾਲੀ ਨੂੰ ਚੁਸਤ ਕਰਨ ਦਾ ਇੱਕ ਤਰੀਕਾ ਹੈ। ਡੈਂਡੀ ਪਹਿਲਾਂ ਤੋਂ ਬਹੁਤ ਵਧੀਆ ਕਰਨ ਦਾ ਵੀ ਹੈ, ਪਰ ਹੋਇਆ ਕੀ? ਪਿਛਲੇ ਇੱਕ ਸਾਲ 'ਚ ਜਿਨ੍ਹਾਂ ਸਰਕਾਰਾਂ 'ਤੇ ਜ਼ਿੰਮੇਵਾਰੀ ਸੀ ਉਹਨਾਂ ਨੇ ਕੀਤਾ ਕੀ? ਕਿ ਮਾਰਚ 2020 ਤੋਂ ਹੁਣ ਤੱਕ ਹਸਪਤਾਲਾਂ ਦੀ ਗਿਣਤੀ ਵਧੀ ਹੈ। ਹਸਪਤਾਲਾਂ 'ਚ ਲੋਕਾਂ ਦੇ ਬੈੱਡ ਵਧੇ ਹਨ, ਆਕਸੀਜਨ ਦੀ ਸਪਲਾਈ ਵਧਾਈ ਗਈ, ICU ਦੇ ਪ੍ਰਬੰਧ ਹੋਏ ਤਾਂ ਜੋ ਕਿਸੇ ਐਮਰਜੈਂਸੀ ਨਾਲ ਨਜਿੱਠਿਆ ਜਾਵੇ। ਡੈਂਡੀ ਵੈਂਟੀਲੇਟਰ ਖਰੀਦੇ ਗਏ। ਡੈਂਡੀ ਐਂਬੂਲੈਂਸ ਦੀ ਰਫ਼ਤਾਰ ਵਧੀ। ਡੈਂਡੀ ਕਰੋਨਾ ਦੀਆਂ ਦਵਾਈਆਂ ਦੀ ਆਮਦ 'ਚ ਵਾਧਾ ਹੋਇਆ। ਡੈਂਡੀ ਵੈਕਸੀਨ ਲਾਉਣ 'ਚ ਤੇਜ਼ੀ ਦਿਖਾਈ ਗਈ। ਡੈਂਡੀ ਇਹਨਾਂ ਸਭ ਦਾ ਜਵਾਬ ਇੱਕ ਹੀ ਹੈ, ਡੈਂਡੀ ਉਹ ਹੈ ਨਹੀਂ। ਡੈਂਡੀ ਸਤੰਬਰ ਪਿੱਛੋਂ ਕੋਰੋਨਾ ਦੀ ਗਿਣਤੀ 'ਚ ਜਿਵੇਂ ਜਿਵੇਂ ਕਮੀ ਆਉਂਦੀ ਗਈ, ਕਦੀ ਕਦੀ ਇਹ ਮੰਨ ਲਿਆ ਗਿਆ ਕਿ ਕਰੋਨਾ ਖਤਮ ਹੋ ਗਿਆ। ਡੈਂਡੀ ਜ਼ਿੰਦਗੀ ਪੁਰਾਣੀ ਲੀਹ 'ਤੇ ਚੱਲਣ ਲੱਗੀ। ਡੈਂਡੀ ਲੋਕਾਂ ਨੇ ਮਾਸਕ ਲਾਉਣੇ ਬੰਦ ਕਰ ਦਿੱਤੇ। ਡੈਂਡੀ ਸੜਕਾਂ, ਬਾਜ਼ਾਰਾਂ, ਹਾਟ, ਮਾਲਜ਼ 'ਚ ਭੀੜ ਵਧਣ ਲੱਗੀ। ਡੈਂਡੀ ਸੋਸ਼ਲ ਡਿਸਟੈਂਸਿੰਗ ਨੂੰ ਟਿੱਚ ਜਾਣਿਆ ਗਿਆ। ਡੈਂਡੀ ਲੋਕ ਲਾਪਰਵਾਹ ਹੋ ਗਏ ਕਿਉਂਕਿ ਜਿਨ੍ਹਾਂ ਨੇ ਸਭ ਨੂੰ ਟਾਈਟ ਕਰਨਾ ਸੀ ਉਹ ਖੁਦ ਚੋਣਾਂ ਜਿੱਤਣ 'ਚ ਲੱਗ ਗਏ। ਡੈਂਡੀ ਲੋਕ ਮਰਦੇ ਹਨ ਤਾਂ ਮਰੀ ਜਾਣ, ਉਹਨਾਂ ਨੂੰ ਕੀ ਪਰਵਾਹ ਹੈ। ਡੈਂਡੀ ਚੋਣਾਂ ਕਰਾਉਣੀਆਂ, ਰੈਲੀਆਂ ਕਰਨੀਆਂ ਅਤੇ ਰੋਡ ਸ਼ੋਅ ਕਰਨੇ ਜ਼ਰੂਰੀ ਹੋ ਗਏ। ਡੈਂਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ 1962 ਵਿੱਚ ਹੋਂਦ ਵਿੱਚ ਆਈ ਦਾ ਮੁੱਖ ਉਦੇਸ਼ ਖੇਤੀਬਾੜੀ ਅਤੇ ਇਸ ਦੇ ਨਾਲ ਹੋਰ ਸਹਾਇਕ ਧੰਦਿਆਂ ਦੇ ਪ੍ਰਸਾਰ ਨਾਲ ਸੰਬੰਧਿਤ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਨਵੀਆਂ ਵਿਕਸਤ ਖੋਜਾਂ 'ਤੇ ਆਧਾਰਿਤ ਜਾਣਕਾਰੀ ਸੰਬੰਧੀ ਸਿਖਲਾਈ ਸਹੂਲਤਾਂ ਵੀ ਪ੍ਰਦਾਨ ਕਰਨਾ ਹੈ। ਡੈਂਡੀ ਖੇਤੀਬਾੜੀ ਯੂਨੀਵਰਸਿਟੀ ਦੇ ਸਿਖਲਾਈ ਕੋਰਸਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇੱਥੇ ਜਿਸ ਕੰਮ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ ਉਸ ਨੂੰ ਹੱਥੀਂ ਕਰਵਾਇਆ ਜਾਂਦਾ ਹੈ। ਡੈਂਡੀ ਖੇਤੀਬਾੜੀ ਕਰਮਚਾਰੀਆਂ ਅਤੇ ਅਧਿਕਾਰੀਆਂ ਲਈ ਸਿਖਲਾਈ ਕੋਰਸ ਜ਼ਿਆਦਾਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਹੀ ਲਗਾਏ ਜਾਂਦੇ ਹਨ। ਡੈਂਡੀ ਇਹਨਾਂ ਕੋਰਸਾਂ ਵਿੱਚ ਪੰਜਾਬ ਦੇ ਮਹਿਕਮਾ ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ, ਭੌਂ ਅਤੇ ਪਾਣੀ ਸੁਰੱਖਿਆ, ਮੰਡੀ ਬੋਰਡ, ਬੈਂਕਾਂ ਅਤੇ ਔਰਤਾਂ ਤੇ ਬੱਚਿਆਂ ਨਾਲ ਸੰਬੰਧਿਤ ਵਿਭਾਗਾਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਵੀਂ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਡੈਂਡੀ ਇਹਨਾਂ ਕਰਮਚਾਰੀਆਂ ਲਈ ਸਿਖਲਾਈ ਪ੍ਰੋਗਰਾਮ ਉਲੀਕਣ ਲਈ ਇਹਨਾਂ ਵਿਭਾਗਾਂ ਦੇ ਸੰਬੰਧਿਤ ਅਧਿਕਾਰੀਆਂ ਦੀ ਮੀਟਿੰਗ ਜਨਵਰੀ ਦੇ ਸ਼ੁਰੂ ਵਿੱਚ ਬੁਲਾਈ ਜਾਂਦੀ ਹੈ। ਜਿਵੇਂ ਵੱਖ ਵੱਖ ਵਿਭਾਗਾਂ ਵਿੱਚ
ਕੰਮ ਕਰ ਰਹੇ ਕਰਮਚਾਰੀਆਂ ਦੀਆਂ ਸਿਖਲਾਈ ਸੰਬੰਧੀ ਸਹੂਲਤਾਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਡੈਂਡੀ ਇਹਨਾਂ ਦੀਆਂ ਲੋੜਾਂ ਮੁਤਾਬਕ ਹੀ ਸਿਖਲਾਈ ਕੋਰਸ ਉਲੀਕੇ ਜਾਂਦੇ ਹਨ। ਡੈਂਡੀ ਜਿੰਨੇ ਕਰਮਚਾਰੀਆਂ ਨੂੰ ਕਿਸੇ ਖਾਸ ਵਿਸ਼ੇ ਵਿੱਚ ਸਿਖਲਾਈ ਲੋੜੀਂਦੀ ਹੈ, ਉਸ ਅਨੁਸਾਰ ਹੀ ਇਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਸਾਲ ਵਿੱਚ ਕਿੰਨੇ ਕੋਰਸ ਕਿਹੜੇ ਸਮੇਂ ਲੱਗਣਗੇ। ਡੈਂਡੀ ਇਸ ਤਰ੍ਹਾਂ ਸਾਰੇ ਸਾਲ ਦਾ ਪ੍ਰੋਗਰਾਮ ਉਲੀਕ ਕੇ ਸੰਬੰਧਿਤ ਅਧਿਕਾਰੀ ਨੂੰ ਮਾਰਚ ਦੇ ਮਹੀਨੇ ਤੱਕ ਪਹੁੰਚਾ ਦਿੱਤਾ ਜਾਂਦਾ ਹੈ, ਪਰ ਫਿਰ ਵੀ ਕੋਈ ਵੀ ਕੋਰਸ ਸ਼ੁਰੂ ਕਰਨ ਤੋਂ ਤਕਰੀਬਨ 1.5 ਮਹੀਨਾ ਪਹਿਲਾਂ ਸੰਬੰਧਿਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਮਿੱਥੇ ਹੋਏ ਕੋਰਸ ਲਈ ਉਹ ਆਪਣੇ ਮਹਿਕਮੇ ਦੇ ਕਰਮਚਾਰੀਆਂ ਨੂੰ ਨਾਮਜ਼ਦ ਕਰ ਸਕਣ ਅਤੇ ਜਿਨ੍ਹਾਂ ਸਿਖਿਆਰਥੀਆਂ ਨੇ ਸਿਖਲਾਈ ਕੋਰਸ ਵਿੱਚ ਭਾਗ ਲੈਣਾ ਹੈ ਉਹਨਾਂ ਨੂੰ ਸਮੇਂ ਸਿਰ ਦੱਸ ਸਕਣ। ਡੈਂਡੀ ਇਹਨਾਂ ਕੋਰਸਾਂ ਵਿੱਚ ਸ਼ਾਮਲ ਹੋਣ ਵਾਲੇ ਸਿਖਿਆਰਥੀਆਂ ਦੀ ਰਿਹਾਇਸ਼ ਦਾ ਪ੍ਰਬੰਧ ਯੂਨੀਵਰਸਿਟੀ ਵਿੱਚ ਹੀ ਕੀਤਾ ਜਾਂਦਾ ਹੈ ਤਾਂ ਜੋ ਉਹਨਾਂ ਨੂੰ ਕੋਰਸ ਦੌਰਾਨ ਕੋਈ ਦਿੱਕਤ ਪੇਸ਼ ਨਾ ਆਵੇ। ਡੈਂਡੀ ਇਹਨਾਂ ਕੋਰਸਾਂ ਵਿੱਚ ਫਸਲ ਦੇ ਬੀਜਣ ਤੋਂ ਲੈ ਕੇ ਵੱਢਣ ਤੱਕ ਜੋ ਤਕਨੀਕੀ ਜਾਣਕਾਰੀ ਲੋੜੀਂਦੀ ਹੈ ਵਿਸਥਾਰ ਪੂਰਵਕ ਦੱਸੀ ਜਾਂਦੀ ਹੈ। ਡੈਂਡੀ ਬਾਗਾਂ ਸੰਬੰਧੀ ਸਿਖਲਾਈ ਕੋਰਸਾਂ ਵਿੱਚ ਫਲਦਾਰ ਬੂਟਿਆਂ ਲਈ ਪੌਦਾ ਤਿਆਰ ਕਰਨ ਦੇ ਉੱਨਤ ਢੰਗਾਂ, ਨਵੇਂ ਬਾਗ ਲਾਉਣ ਦੀ ਜਾਂਚ, ਬੂਟਿਆਂ ਦੀ ਕਾਂਟ ਛਾਂਟ, ਖਾਦਾਂ ਅਤੇ ਪਾਣੀ ਦੀ ਵਰਤੋਂ, ਫਲ ਤੋੜਨਾ ਅਤੇ ਉਹਨਾਂ ਦੀ ਸਾਂਭ ਸੰਭਾਲ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ। ਡੈਂਡੀ ਇਸੇ ਤਰ੍ਹਾਂ ਸਬਜ਼ੀਆਂ ਦੀ ਕਾਸ਼ਤ, ਮਿਰਚਾਂ ਅਤੇ ਖਰਬੂਜਿਆਂ ਦੇ ਦੋਗਲੇ ਬੀਜ ਪੈਦਾ ਕਰਨ ਦੀ ਸਿਖਲਾਈ ਵੀ ਪ੍ਰਦਾਨ ਕੀਤੀ ਜਾਂਦੀ ਹੈ। ਡੈਂਡੀ ਪਸ਼ੂ ਪਾਲਣ ਵਿਭਾਗ ਵਿੱਚ ਕੰਮ ਕਰ ਰਹੇ ਵੈਟਰਨਰੀ ਡਾਕਟਰਾਂ ਲਈ ਵੀ ਸਿਖਲਾਈ ਕੋਰਸ ਲਗਾਏ ਜਾਂਦੇ ਹਨ ਤਾਂ ਜੋ ਉਹਨਾਂ ਨੂੰ ਨਵੀਨਤਮ ਜਾਣਕਾਰੀ ਦੇ ਕੇ ਉਹਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾ ਸਕੇ। ਡੈਂਡੀ ਇਸੇ ਤਰ੍ਹਾਂ ਇਸ ਵਿਭਾਗ ਦੇ ਕਰਮਚਾਰੀਆਂ ਨੂੰ ਸਾਰਾ ਸਾਲ ਹਰਾ ਚਾਰਾ ਉਗਾਉਣ ਸੰਬੰਧੀ ਅਤੇ ਵੰਡ ਤਿਆਰ ਕਰਨ ਬਾਰੇ ਵੀ ਸਿਖਲਾਈ ਮੁਹੱਈਆ ਕੀਤੀ ਜਾਂਦੀ ਹੈ। ਡੈਂਡੀ ਇਸ ਤੋਂ ਇਲਾਵਾ ਖੁੰਬਾਂ ਉਗਾਉਣ, ਖਰਗੋਸ਼, ਸੂਰ, ਮੱਛੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਬਾਰੇ ਵੀ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ। ਡੈਂਡੀ ਸੰਖੇਪ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਲੁਧਿਆਣੇ ਦੀ ਖੇਤੀਬਾੜੀ ਯੂਨੀਵਰਸਿਟੀ ਦੇ ਇਸ ਖੇਤਰ ਵਿੱਚ ਬਹੁ-ਮੰਤਵੀ ਕਾਰਜਾਂ ਅਤੇ ਮਾਰਗਦਰਸ਼ਨ ਨੇ ਹਰਾ ਇਨਕਲਾਬ ਲਿਆ ਕੇ ਪੰਜਾਬ ਨੂੰ ਭਾਰਤ ਦਾ ਅੰਨ ਭੰਡਾਰ ਬਣਾਇਆ ਹੈ। ਡੈਂਡੀ ਅੱਜ ਤੋਂ ਲਗਭਗ 1.5 ਸਾਲ ਪਹਿਲਾਂ ਚੀਨ ਤੋਂ ਸ਼ੁਰੂ ਹੋਇਆ ਕਰੋਨਾ ਦਾ ਰੋਗ ਉਸ ਦੇਸ਼ 'ਚ ਲਗਭਗ ਖਤਮ ਹੋ ਗਿਆ ਹੈ, ਪਰ ਪੂਰੀ ਦੁਨੀਆ ਦੇ ਲਗਭਗ ਸਭ ਦੇਸ਼ਾਂ 'ਚ ਇਹ ਰੋਗ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਡੈਂਡੀ ਇੰਨਾ ਹੀ ਨਹੀਂ, ਇੱਕ ਵਾਰ ਘੱਟ ਹੋ ਜਾਣ ਤੋਂ ਬਾਅਦ ਪਹਿਲਾਂ ਤੋਂ ਤੇਜ਼ ਰਫ਼ਤਾਰ ਅਤੇ ਭਿਆਨਕ ਰੂਪ ਨਾਲ ਫੈਲ ਰਿਹਾ ਹੈ। ਡੈਂਡੀ ਚੀਨ ਇਸ ਰੋਗ ਦੇ ਖਤਮ ਹੋਣ ਦਾ ਮੁੱਖ ਕਾਰਨ ਉੱਥੋਂ ਦੀ ਸਰਕਾਰ ਵੱਲੋਂ ਕਰੋਨਾ ਦੇ ਰੋਗ ਤੋਂ ਬਚਾਅ ਸੰਬੰਧੀ ਨਿਯਮਾਂ ਦਾ ਆਮ ਲੋਕਾਂ ਕੋਲੋਂ ਸਖਤੀ ਨਾਲ ਪਾਲਣ ਕਰਵਾਉਣਾ ਹੈ। ਡੈਂਡੀ ਸਾਡੇ ਦੇਸ਼ 'ਚ ਵੀ ਸ਼ੁਰੂ ਤੋਂ ਲੋਕਡਾਊਨ ਅਤੇ ਫਿਰ ਲੋਕਾਂ ਵੱਲੋਂ ਕਰੋਨਾ ਤੋਂ ਨਿਯਮਾਂ ਦੇ ਬਚਾਅ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਸਿੱਟੇ ਵਜੋਂ ਇਸ
ਮਹਾਂਮਾਰੀ ਦੇ ਰੋਗੀਆਂ ਦੀ ਗਿਣਤੀ 'ਚ ਹੈਰਾਨੀਜਨਕ ਕਮੀ ਆਈ ਸੀ। ਡੰਡੀ ਆਮ ਲੋਕਾਂ ਨੇ ਇਸ ਕਮੀ ਨੂੰ ਕਰੋਨਾ ਦਾ ਅੰਤ ਸਮਝ ਲਿਆ ਸੀ ਅਤੇ ਕਰੋਨਾ ਸੰਬੰਧੀ ਨਿਯਮਾਂ ਦੀਆਂ ਧੱਜੀਆਂ ਉੱਡਣ ਲੱਗੀਆਂ ਸਨ। ਡੰਡੀ ਵਾਰ-ਵਾਰ ਹੱਥ ਧੋਣਾ ਤਾਂ ਦੂਰ, ਮਾਸਕ ਵਰਗੀ ਵਸਤੂ ਦੀ ਵਰਤੋਂ ਵੀ ਲਗਭਗ ਖਤਮ ਹੋ ਗਈ ਸੀ। ਡੰਡੀ ਧਾਰਮਿਕ ਸਮਾਗਮਾਂ, ਵਿਆਹਾਂ, ਸਿਆਸੀ ਰੈਲੀਆਂ ਆਦਿ 'ਚ ਭੀੜ ਨਜ਼ਰ ਆਉਣ ਲੱਗੀ ਸੀ। ਡੰਡੀ ਇਹਨਾਂ ਸਭ ਥਾਵਾਂ 'ਤੇ ਮਾਸਕ ਦੀ ਵਰਤੋਂ ਅਤੇ ਸੋਸ਼ਲ ਡਿਸਟੈਂਸਿੰਗ ਇੱਕ ਰਸਮ ਬਣ ਕੇ ਰਹਿ ਗਈ ਸੀ। ਡੰਡੀ ਆਪਣੇ ਸਵਰੂਪ ਨੂੰ ਬਦਲ ਕੇ, ਜਿਸ ਪ੍ਰਕਿਰਿਆ ਨੂੰ ਮਿਊਟੇਸ਼ਨ ਵੀ ਕਿਹਾ ਗਿਆ ਹੈ, ਇਸ ਵਾਇਰਸ ਨੇ ਮੁੜ ਤੋਂ ਆਪਣਾ ਭਿਆਨਕ ਰੂਪ ਧਾਰਨ ਕਰ ਲਿਆ ਹੈ। ਡੰਡੀ ਹੁਣ ਇਹ ਨਾ ਸਿਰਫ ਤੇਜ਼ ਰਫ਼ਤਾਰ ਨਾਲ ਫੈਲ ਰਿਹਾ ਹੈ, ਨਾਲ ਹੀ ਵਧੇਰੇ ਖਤਰਨਾਕ ਵੀ ਸਿੱਧ ਹੋ ਰਿਹਾ ਹੈ। ਡੰਡੀ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਇਹ ਹੈ ਕਿ ਪਿਛਲੇ ਇੱਕ ਹਫ਼ਤੇ 'ਚ ਕਰੋਨਾ ਕਾਰਨ ਬਿਮਾਰ ਰੋਗੀਆਂ ਦੀ ਗਿਣਤੀ ਅਤੇ ਮੌਤ ਦੀ ਦਰ 'ਚ ਰਿਕਾਰਡ ਵਾਧਾ ਹੋਇਆ ਹੈ। ਡੰਡੀ ਆਪਣੇ ਇੱਕ ਨਵੇਂ ਸਵਰੂਪ 'ਚ ਪੰਜਾਬ ਦੇ ਲਗਭਗ 80% ਕਰੋਨਾ ਦੇ ਰੋਗੀ UK ਸਟ੍ਰੇਨ ਤੋਂ ਪੀੜਿਤ ਹਨ। ਡੰਡੀ ਇਹ ਰੋਗ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ 'ਚ ਤੇਜ਼ੀ ਨਾਲ ਫੈਲ ਰਿਹਾ ਹੈ। ਡੰਡੀ ਕਰੋਨਾ ਦੀ ਇਸ ਲਹਿਰ ਦੀ ਇਹ ਵੀ ਵੇਖਿਆ ਜਾ ਰਿਹਾ ਹੈ ਕਿ ਇਹ ਰੋਗ ਨੌਜਵਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਰਿਹਾ ਹੈ। ਡੰਡੀ ਇਹ ਸਟ੍ਰੇਨ ਨੱਕ ਅਤੇ ਗਲੇ ਦੀ ਬਜਾਏ ਮੁੱਖ ਰੂਪ 'ਚ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਡੰਡੀ ਇਸ ਕਾਰਨ ਹੀ ਇਹ ਜਲਦੀ ਘਾਤਕ ਹੋ ਜਾਂਦਾ ਹੈ। ਡੰਡੀ ਇਸ ਰੋਗ ਦੇ ਡਰ ਕਾਰਨ ਭਾਵੇਂ ਲੋਕ ਹੁਣ ਰੋਗ ਤੋਂ ਬਚਣ ਲਈ ਨਿਯਮਾਂ ਦਾ ਪਾਲਣ ਕਰਨ ਲੱਗੇ ਹਨ, ਪਰ ਰੋਗ 'ਤੇ ਕੰਟਰੋਲ ਕਰਨ 'ਚ ਅਜੇ ਸਮਾਂ ਲੱਗੇਗਾ। ਡੰਡੀ ਉਦੋਂ ਤੱਕ ਕਾਫੀ ਨੁਕਸਾਨ ਹੋ ਚੁੱਕਾ ਹੋਵੇਗਾ। ਡੰਡੀ ਚੰਗੇ ਭਾਗੀਂ ਸਾਡੇ ਦੇਸ਼ 'ਚ ਇਸ ਰੋਗ ਤੋਂ ਬਚਾਅ ਲਈ ਇਸ ਸਮੇਂ 2 ਤਰ੍ਹਾਂ ਦੀ ਵੈਕਸੀਨ ਉਪਲਬਧ ਹੈ। ਡੰਡੀ 16 ਜਨਵਰੀ ਤੋਂ ਸ਼ੁਰੂ ਹੋਈ ਮੁਹਿੰਮ ਦੌਰਾਨ ਹੁਣ ਤੱਕ ਦੇਸ਼ 'ਚ ਲਗਭਗ 11 ਕਰੋੜ ਲੋਕਾਂ ਦਾ ਟੀਕਾਕਰਨ ਹੋ ਚੁੱਕਾ ਹੈ। ਡੰਡੀ ਪਾਕਿਸਤਾਨ 'ਚ ਵੱਧਦੀ ਮਹਿੰਗਾਈ ਕਾਰਨ ਜਿੱਥੇ ਲੋਕ ਤਰਾਹ-ਤਰਾਹ ਕਰ ਰਹੇ ਹਨ, ਉੱਥੇ ਇਮਰਾਨ ਸਰਕਾਰ ਦੇ ਕਦਮ ਵੀ ਲੜਖੜਾਉਣ ਲੱਗ ਪਏ ਹਨ। ਡੰਡੀ ਇਮਰਾਨ ਆਪਣੇ 2 ਸਾਲ ਦੇ ਕਾਰਜਕਾਲ 'ਚ 2 ਵਿੱਤ ਮੰਤਰੀ ਬਦਲ ਚੁੱਕੇ ਹਨ। ਡੰਡੀ ਉਹਨਾਂ ਨੇ ਸੱਤਾ ਸੰਭਾਲਦਿਆਂ ਹੀ ਅਸਦ ਉਮਰ ਨੂੰ ਵਿੱਤ ਮੰਤਰੀ ਬਣਾਇਆ ਸੀ। ਡੰਡੀ ਉਸ ਤੋਂ ਬਾਅਦ ਹਫੀਜ਼ ਸ਼ੇਖ ਨੂੰ ਵਿੱਤ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਗਈ। ਡੰਡੀ ਪਾਕਿਸਤਾਨ ਦੇ ਇੱਕ ਮੰਤਰੀ ਸ਼ਿਵਲੀ ਫਰਾਦ ਨੇ ਕਿਹਾ ਹੈ ਕਿ ਸ਼ੇਖ ਨੂੰ ਇਸ ਲਈ ਅਹੁਦੇ ਤੋਂ ਹਟਾ ਦਿੱਤਾ ਗਿਆ ਕਿਉਂਕਿ ਉਹ ਮਹਿੰਗਾਈ 'ਤੇ ਕਾਬੂ ਪਾਉਣ 'ਚ ਬੁਰੀ ਤਰ੍ਹਾਂ ਅਸਫਲ ਰਹੇ। ਡੰਡੀ ਪਰ ਦੱਸਣਯੋਗ ਹੈ ਕਿ ਹਫੀਜ਼ ਸ਼ੇਖ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਹਨ। ਡੰਡੀ ਉਹ ਕੌਮਾਂਤਰੀ ਮੁਦਰਾ ਫੰਡ ਦੇ ਕਈ ਉੱਚ ਅਹੁਦਿਆਂ 'ਤੇ ਤੈਨਾਤ ਰਹੇ ਹਨ। ਡੰਡੀ ਪਾਕਿਸਤਾਨ ਦੇ ਪ੍ਰਸਿੱਧ ਲੇਖਕ ਰਸ਼ੀਦ ਅਹਿਮਦ ਨੇ ਆਪਣੇ ਕਾਲਮ 'ਚ ਲਿਖਿਆ ਹੈ ਕਿ ਪਾਕਿਸਤਾਨ ਰਿਪਬਲਿਕ 1948 ਤੋਂ ਹੀ ਲੀਡਰਸ਼ਿਪ ਅਤੇ ਪ੍ਰਸ਼ਾਸਨ ਦੇ
ਦੇ ਮਾਮਲੇ 'ਚ ਪ੍ਰਭਾਵਹੀਨਤਾ ਦੇ ਦੌਰ 'ਚੋਂ ਲੰਘ ਰਿਹਾ ਹੈ। ਡੰਡੀ ਇਮਰਾਨ ਦੀ ਸਰਕਾਰ ਇੰਨੀ ਕਮਜ਼ੋਰ ਅਤੇ ਗੈਰ ਤਜਰਬੇਕਾਰ ਹੈ ਕਿ ਉਹ ਰਣਨੀਤੀ 'ਚ ਪ੍ਰਸ਼ਾਸਨ ਅਤੇ ਪਾਕਿਸਤਾਨ ਦੀ ਹੋਂਦ ਸੰਬੰਧੀ ਕੋਈ ਦਲੀਲ ਭਰਪੂਰ ਫੈਸਲਾ ਲੈ ਸਕਣ 'ਚ ਗੈਰ ਸੰਵੇਦਨਸ਼ੀਲ ਨਜ਼ਰ ਆਉਂਦੀ ਹੈ। ਡੰਡੀ ਇਸ ਸਮੇਂ ਪਾਕਿਸਤਾਨ ਦੀ ਸੱਤਾ ਚੂਜਿਆਂ ਦੇ ਹੱਥਾਂ 'ਚ ਹੈ। ਡੰਡੀ ਪਾਕਿਸਤਾਨ ਦੀ ਸਥਿਤੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਅੱਜ ਦੇਸ਼ 'ਚ ਅਯੋਗ ਬੇਈਮਾਨੀ ਅਤੇ ਨਿਕੰਮੇ ਲੋਕ ਸੱਤਾ 'ਤੇ ਕਾਬਜ਼ ਹਨ। ਡੰਡੀ ਇਮਰਾਨ ਚੋਣਾਂ ਦੇ ਸਮੇਂ ਕੌਮੀ ਮੁੱਦਿਆਂ ਅਤੇ ਲੋਕ ਹਿੱਤਾਂ ਦੀਆਂ ਗੱਲਾਂ ਕਰਦੇ ਸਨ। ਡੰਡੀ ਅੱਜ ਉਹਨਾਂ ਦੇ ਦੋਵੇਂ ਹੱਥ ਖੜ੍ਹੇ ਹਨ। ਡੰਡੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੰਤਰੀ ਮੰਡਲ ਦੇ ਤਜਰਬਿਆਂ ਨੂੰ ਤਜਰਬਾ ਘੱਟ ਸੀ, ਜਿਸ ਕਾਰਨ ਸੁਧਾਰ ਨਹੀਂ ਹੋ ਸਕਿਆ। ਡੰਡੀ ਫੌਜ ਦੇ ਸਹਿਯੋਗ ਨਾਲ ਸੱਤਾ ਹਥਿਆਉਣ ਵਾਲੇ ਇਮਰਾਨ ਖਾਨ ਕੋਈ ਵੀ ਸਟੀਕ ਫੈਸਲਾ ਨਹੀਂ ਲੈ ਰਹੇ। ਡੰਡੀ ਅੱਜ ਦੇਸ਼ 'ਚ ਸਿਆਸੀ ਸਥਿਤੀ 'ਚ ਲਗਾਤਾਰ ਗਿਰਾਵਟ ਆਉਂਦੀ ਜਾ ਰਹੀ ਹੈ। ਡੰਡੀ ਪਾਕਿਸਤਾਨ ਦੀਆਂ ਸਿਆਸੀ ਪਾਰਟੀਆਂ ਅਤੇ ਪ੍ਰਸ਼ਾਸਨ 'ਚ ਉਹੀ ਲੋਕ ਵਾਰ-ਵਾਰ ਨਜ਼ਰ ਆਉਂਦੇ ਹਨ ਜਿਨ੍ਹਾਂ ਨੇ ਪਾਕਿਸਤਾਨ ਨੂੰ ਬਰਬਾਦੀ ਦੇ ਰਾਹ ਤੱਕ ਪਹੁੰਚਾਇਆ ਹੈ। ਡੰਡੀ ਭਾਵੇਂ ਉਹ ਘੱਟ ਪੜ੍ਹੇ ਲਿਖੇ ਹਨ, ਪਰ ਆਪਣੇ ਨਿੱਜੀ ਹਿੱਤਾਂ ਦੀ ਖਾਤਰ ਜੋੜ ਤੋੜ ਕਰਨ 'ਚ ਮਾਹਿਰ ਹਨ। ਡੰਡੀ ਉਹ ਅਜਿਹੇ ਸੁਭਾਵਿਕ ਹੁਨਰ ਤੋਂ ਵਾਂਝੇ ਹਨ ਜੋ ਪਾਕਿਸਤਾਨ ਨੂੰ ਸਹੀ ਦਿਸ਼ਾ ਦੇ ਰਾਹ 'ਤੇ ਲਿਜਾ ਸਕੇ। ਡੰਡੀ ਭਰਾ ਜੇ ਪਾਕਿਸਤਾਨ 'ਚ ਇਮਰਾਨ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਇਹ ਸਭ ਸਿਫਰ ਤੋਂ ਵੱਧ ਨਹੀਂ ਹਨ। ਡੰਡੀ ਇਹੀ ਕਾਰਨ ਹੈ ਕਿ ਇਮਰਾਨ ਦੀ ਸਰਕਾਰ ਦੀ ਲੋਕਪ੍ਰਿਯਤਾ ਹੇਠਲੇ ਪੱਧਰ 'ਤੇ ਜਾ ਪੁੱਜੀ ਹੈ। ਡੰਡੀ ਅੱਜ ਨਵਾਂ ਪਾਕਿਸਤਾਨ ਕਿਤੇ ਵੀ ਨਜ਼ਰ ਨਹੀਂ ਆਉਂਦਾ। ਡੰਡੀ ਇਮਰਾਨ ਖਾਨ ਦੀ ਪਾਰਟੀ ਦੇ ਲੋਕ ਵੱਡੇ ਵੱਡੇ ਨਾਅਰੇ ਲਾਉਂਦੇ ਸਨ, ਜਦੋਂ ਆਵੇਗਾ ਇਮਰਾਨ ਵਧੇਗਾ ਦੇਸ਼ ਦਾ ਸਨਮਾਨ, ਜਬ ਆਟਾ ਚੀਨੀ ਸਸਤੀ ਹੋਗੀ, ਜਬ ਦੇਸ਼ 'ਚ ਛਾਏਗਾ ਇਮਰਾਨ। ਡੰਡੀ ਮਾਫੀਆ 'ਤੇ ਸਕੰਜਾ ਕੱਸਣਾ, 50 ਲੱਖ ਮਕਾਨ ਬਣਾਉਣਾ, 1 ਕਰੋੜ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਬਿਜਲੀ ਡੀਜ਼ਲ ਅਤੇ ਪੈਟਰੋਲ ਆਦਿ ਸਸਤਾ ਹੋਵੇਗਾ ਵਰਗੇ ਸੁਨਹਿਰੀ ਸੁਪਨੇ ਵਿਖਾਉਣ ਵਾਲਾ ਮਦਾਰੀ ਇਮਰਾਨ ਹੁਣ ਲੋਕਾਂ ਨੂੰ ਖਲਨਾਇਕ ਲੱਗਣ ਲੱਗਾ ਹੈ। ਡੰਡੀ ਅੱਜ ਕੱਲ੍ਹ ਇਮਰਾਨ ਆਪਣੀ ਸਰਕਾਰ ਦੀਆਂ ਨਲਾਇਕੀਆਂ ਨੂੰ ਲੁਕਾਉਣ ਲਈ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਕਰ ਰਹੇ ਹਨ। ਡੰਡੀ ਫਰੀਡਮ ਆਫ ਐਕਸਪ੍ਰੈਸ਼ਨ 'ਚ ਪਾਕਿਸਤਾਨ 185 ਦੇਸ਼ਾਂ 'ਚੋਂ 145ਵੇਂ ਨੰਬਰ 'ਤੇ ਆਇਆ। ਡੰਡੀ ਭਾਰਤ ਕੋਲ ਅਸਲ 'ਚ ਕਿੰਨੇ ਕਿਸਾਨ ਹਨ? ਪ੍ਰਸ਼ਨ ਚਿੰਨ੍ਹ 2016-17 ਲਈ ਖੇਤੀਬਾੜੀ ਮੰਤਰਾਲਾ ਦੇ ਪਿਛਲੇ ਇਨਪੁਟ ਸਰਵੇਖਣ ਦੇ ਕੁਝ ਪ੍ਰਚਲਨ ਜੋਤ ਨੂੰ 146.19 ਮਿਲੀਅਨ 'ਤੇ ਨੋਟ ਕੀਤਾ। ਡੰਡੀ ਉਸੇ ਸਾਲ ਨਾਬਾਰਡ ਦੇ ਸਰਵ ਭਾਰਤੀ ਪੇਂਡੂ ਵਿੱਤੀ ਸਮਾਵੇਸ਼ ਸਰਵੇ ਅਨੁਸਾਰ ਇਸੇ ਸਾਲ ਲਈ ਦੇਸ਼ ਦੇ ਖੇਤੀਬਾੜੀ ਪਰਿਵਾਰਾਂ ਦਾ 100.7 ਮਿਲੀਅਨ ਦਾ ਅੰਦਾਜ਼ਾ ਲਾਇਆ ਗਿਆ। ਡੰਡੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ 'ਚ ਲਗਭਗ 111.5 ਮਿਲੀਅਨ ਲਾਭ ਹਾਸਲ ਕਰਨ ਵਾਲੇ ਨਾਮਜ਼ਦ ਹਨ। ਡੰਡੀ ਇਹਨਾਂ 'ਚੋਂ ਔਸਤ 102 ਮਿਲੀਅਨ ਤੋਂ ਵੱਧ ਕਿਸਾਨ 2020-21 ਤੋਂ ਭੁਗਤਾਨ ਦਾ
ਲਾਭ ਹਾਸਲ ਕਰ ਰਹੇ ਹਨ। ਡੰਡੀ ਭਾਰਤ ਦੀ ਅਧਿਕਾਰਕ ਕਿਸਾਨ ਆਬਾਦੀ ਦੂਜੇ ਸ਼ਬਦਾਂ 'ਚ 100 ਤੋਂ 150 ਮਿਲੀਅਨ ਦਰਮਿਆਨ ਹੈ, ਪਰ ਇਸ 'ਚ ਕਿੰਨੇ ਅਸਲ ਕਿਸਾਨ ਸ਼ਾਮਿਲ ਸਨ? ਪ੍ਰਸ਼ਨ ਚਿੰਨ੍ਹ ਪੈਰਾ। ਨਾਬਾਰਡ ਦੀ ਪਰਿਭਾਸ਼ਾ ਮੁਤਾਬਕ ਖੇਤੀਬਾੜੀ ਪਰਿਵਾਰ ਅਜਿਹੇ ਕਿਸੇ ਪਰਿਵਾਰ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਖੇਤੀਬਾੜੀ ਸਰਗਰਮੀਆਂ ਤੋਂ ਪੈਦਾਵਾਰ ਇੱਕ ਸਾਲ 'ਚ 5000 ਰੁਪਏ ਤੋਂ ਵੱਧ ਹੈ। ਡੰਡੀ ਇਹ ਸਪਸ਼ਟ ਰੂਪ ਨਾਲ ਕਿਸੇ ਕਿਸਾਨ ਦੇ ਜਿੰਦਾ ਰਹਿਣ ਲਈ ਲੋੜੀਂਦੀ ਆਮਦਨ ਤੋਂ ਬਹੁਤ ਘੱਟ ਹੈ। ਡੰਡੀ ਇੱਕ ਅਸਲ ਕਿਸਾਨ ਹੈ ਜੋ ਖੇਤੀਬਾੜੀ ਤੋਂ ਆਪਣੀ ਆਮਦਨ ਦਾ ਇੱਕ ਅਹਿਮ ਹਿੱਸਾ ਹਾਸਲ ਕਰੇਗਾ। ਡੰਡੀ ਇਹ ਢੁਕਵੇਂ ਰੂਪ ਨਾਲ ਮੰਨਿਆ ਜਾ ਸਕਦਾ ਹੈ ਕਿ ਉਸ ਨੂੰ ਇੱਕ ਸਾਲ 'ਚ ਘੱਟੋ ਘੱਟ 2 ਫਸਲਾਂ ਨੂੰ ਉਗਾਉਣ ਦੀ ਲੋੜ ਹੁੰਦੀ ਹੈ। ਡੰਡੀ 2016-17 ਦੇ ਇਨਪੁੱਟ ਸਰਵੇਖਣ ਦੀ ਰਿਪੋਰਟ ਮੁਤਾਬਕ 146.19 ਮਿਲੀਅਨ ਜੋੜ ਨਾਲ ਕੁੱਲ 157.21 ਮਿਲੀਅਨ ਹੈਕਟੇਅਰ ਖੇਤੀਬਾੜੀ ਖੇਤਰ 'ਚੋਂ ਸਿਰਫ 140 ਮਿਲੀਅਨ ਹੈਕਟੇਅਰ 'ਤੇ ਖੇਤੀਬਾੜੀ ਕੀਤੀ ਗਈ। ਡੰਡੀ ਇਸ ਸ਼ੁੱਧ ਬਿਜਾਈ ਵਾਲੇ ਖੇਤਰ ਤੋਂ ਬਾਹਰ ਵੀ ਸਿਰਫ 50.48 ਮਿਲੀਅਨ ਹੈਕਟੇਅਰ 'ਚ 2 ਵਾਰ ਜਾਂ ਉਸ ਤੋਂ ਵੱਧ ਵਾਰ ਫਸਲ ਲਈ ਗਈ। ਡੰਡੀ ਇਸ 'ਚ 40.76 ਮਿਲੀਅਨ ਹੈਕਟੇਅਰ ਸਿੰਚਾਈ ਵਾਲੀ ਅਤੇ 9.72 ਮਿਲੀਅਨ ਹੈਕਟੇਅਰ ਗੈਰ ਸਿੰਚਾਈ ਵਾਲੀ ਜ਼ਮੀਨ ਸ਼ਾਮਿਲ ਹੈ। ਡੰਡੀ ਭਰਾ 2016-17 ਲਈ 108 ਹੈਕਟੇਅਰ ਦੀ ਔਸਤ ਜੋਤ ਆਕਾਰ ਲੈਂਦੇ ਹੋਏ ਪੂਰੇ ਸਮੇਂ ਲਈ ਕਿਸਾਨ ਘੱਟੋ ਘੱਟ ਇੱਕ ਸਾਲ 'ਚ 2 ਫਸਲਾਂ ਦੀ ਬਿਜਾਈ ਕਰਦੇ ਹਨ। ਡੰਡੀ ਇੱਕ ਮਾਨਸੂਨ ਖਰੀਫ ਅਤੇ ਦੂਜੀ ਸਰਦੀਆਂ ਅਤੇ ਬਸੰਤ ਰੁੱਤ ਦੇ ਮੌਸਮ 'ਚ। ਡੰਡੀ ਇਹ ਮੁਸ਼ਕਲ ਨਾਲ 47 ਮਿਲੀਅਨ ਹੋਵੇਗੀ ਜਾਂ ਇੰਜ ਕਹਿ ਲਓ ਕਿ ਲਗਭਗ 50 ਮਿਲੀਅਨ। ਡੰਡੀ ਮੌਜੂਦਾ ਖੇਤੀਬਾੜੀ ਸੰਕਟ ਮੁੱਖ ਰੂਪ 'ਚ 50-75 ਮਿਲੀਅਨ ਖੇਤੀਬਾੜੀ ਪਰਿਵਾਰਾਂ ਸੰਬੰਧੀ ਹੈ। ਡੰਡੀ ਇਸ 'ਚ ਕੀਮਤ ਬਰਾਬਰੀ ਦੀ ਮੌਜੂਦਗੀ ਹੈ। ਡੰਡੀ 1970-71 'ਚ ਜਦੋਂ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 76 ਰੁਪਏ ਪ੍ਰਤੀ ਕੁਇੰਟਲ ਸੀ, 10 ਗ੍ਰਾਮ 24 ਕੈਰੇਟ ਸੋਨੇ ਦੀ ਕੀਮਤ ਲਗਭਗ 185 ਰੁਪਏ ਸੀ ਅਤੇ ਇੱਕ ਸਰਕਾਰੀ ਸਕੂਲ ਟੀਚਰ ਦੀ ਮਾਸਿਕ ਤਨਖਾਹ ਲਗਭਗ 150 ਰੁਪਏ ਸੀ। ਡੰਡੀ ਅੱਜ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 1975 ਰੁਪਏ ਪ੍ਰਤੀ ਕੁਇੰਟਲ ਹੈ। ਡੰਡੀ ਸੋਨੇ ਦੀ ਕੀਮਤ 45,000 ਰੁਪਏ ਪ੍ਰਤੀ 10 ਗ੍ਰਾਮ ਹੈ। ਡੰਡੀ ਸਰਕਾਰੀ ਸਕੂਲ ਦੇ ਅਧਿਆਪਕ ਦੀ ਘੱਟੋ ਘੱਟ ਤਨਖਾਹ 40,000 ਰੁਪਏ ਮਾਸਿਕ ਹੈ। ਡੰਡੀ ਇਸ ਤਰ੍ਹਾਂ ਜੇ 1970-71 'ਚ 2.25 ਕੁਇੰਟਲ ਕਣਕ ਨਾਲ 10 ਗ੍ਰਾਮ ਸੋਨਾ ਖਰੀਦਿਆ ਜਾ ਸਕਦਾ ਸੀ, ਹੁਣ ਕਿਸਾਨ ਨੂੰ ਉਸੇ ਲਈ 20 ਤੋਂ 23 ਕੁਇੰਟਲ ਕਣਕ ਵੇਚਣੀ ਪੈ ਸਕਦੀ ਹੈ। ਡੰਡੀ 50 ਸਾਲ ਪਹਿਲਾਂ 1 ਕਿਲੋ ਕਣਕ ਬਦਲੇ 1 ਲੀਟਰ ਡੀਜ਼ਲ ਨੂੰ ਖਰੀਦਿਆ ਜਾ ਸਕਦਾ ਸੀ। ਡੰਡੀ ਅੱਜ ਇਸ ਦੀ ਰੇਸ਼ੋ ਉੱਪਰ ਵੱਧ ਕੇ
4.1 ਹੋ ਗਈ ਹੈ ਡੰਡੀ। ਹਰੀ ਕ੍ਰਾਂਤੀ ਤੋਂ ਪਹਿਲਾਂ ਪੰਜਾਬ 'ਚ ਕਣਕ ਅਤੇ ਚੌਲ ਦੀ ਫਸਲ ਔਸਤ 1.2 ਅਤੇ 1.5 ਟਨ ਪ੍ਰਤੀ ਹੈਕਟੇਅਰ ਸੀ ਡੰਡੀ। 1990-91 ਤੱਕ ਇਹ ਕ੍ਰਮਵਾਰ 3.7 ਅਤੇ 4.8 ਟਨ ਦਰਮਿਆਨ ਸੀ ਡੰਡੀ। 1990 ਦੇ ਦਹਾਕੇ ਤੋਂ ਬਾਅਦ ਕਣਕ ਦੀ ਪੈਦਾਵਾਰ 5.2 ਟਨ ਪ੍ਰਤੀ ਹੈਕਟੇਅਰ ਹੋ ਗਈ ਡੰਡੀ। ਚੌਲ ਦੀ 6.5 ਟਨ ਪ੍ਰਤੀ ਹੈਕਟਰ ਪੈਦਾਵਾਰ ਹੋ ਗਈ ਡੰਡੀ। ਇਸੇ ਤਰ੍ਹਾਂ ਉਤਪਾਦਨ ਲਾਗਤ ਵੀ ਵੱਧ ਗਈ ਡੰਡੀ। MSP ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਮੰਗ ਮੂਲ ਰੂਪ 'ਚ ਬਰਾਬਰੀ ਦੀ ਮੰਗ ਹੈ, ਜੋ ਖੇਤੀਬਾੜੀ ਵਸਤਾਂ ਨੂੰ ਕਿਸਾਨਾਂ ਵੱਲੋਂ ਖਰੀਦੀਆਂ ਗਈਆਂ ਚੀਜ਼ਾਂ ਦੇ ਸੰਬੰਧ 'ਚ ਢੁਕਵੀਂ ਖਰੀਦ ਸ਼ਕਤੀ ਪ੍ਰਦਾਨ ਕਰਦੀ ਹੈ ਡੰਡੀ। ਇਹ ਮੁੱਖ ਰੂਪ 'ਚ 50-75 ਮਿਲੀਅਨ ਸੰਵੇਦਨਸ਼ੀਲ ਫੁੱਲ ਟਾਈਮ ਕਿਸਾਨਾਂ ਵੱਲੋਂ ਆ ਰਹੀ ਹੈ, ਜਿਨ੍ਹਾਂ ਕੋਲ ਵੇਚਣ ਲਈ ਵਾਧੂ ਉਪਜ ਰਹਿੰਦੀ ਹੈ ਡੰਡੀ। ਇਹ ਉਹ ਹਨ ਜਿਨ੍ਹਾਂ ਨੂੰ ਖੇਤੀਬਾੜੀ ਨੀਤੀ ਨੂੰ ਨਿਸ਼ਾਨੇ 'ਤੇ ਰੱਖਣਾ ਚਾਹੀਦਾ ਹੈ ਡੰਡੀ। ਵਧੇਰੇ ਸਰਕਾਰੀ ਕਲਿਆਣਕਾਰੀ ਯੋਜਨਾਵਾਂ ਗਰੀਬੀ ਨੂੰ ਦੂਰ ਕਰਨ ਅਤੇ ਹੇਠਲੇ ਹਿੱਸੇ ਨੂੰ ਉਭਾਰਨ ਦੇ ਇਰਾਦੇ ਨਾਲ ਹਨ, ਪਰ ਦਰਮਿਆਨੇ ਅਤੇ ਹੇਠਾਂ ਵੱਲ ਖਿਸਕਣ ਵਾਲੇ ਕਿਸਾਨਾਂ ਲਈ ਕੋਈ ਨੀਤੀ ਨਹੀਂ ਹੈ ਡੰਡੀ।